नमस्कार SDTV ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਵਰਾ ਤੇ ਮੇਰੇ ਨਾਲ ਅੱਜ ਬਾਤ ਮੁਲਾਕਾਤ ਦੇ ਵਿੱਚ ਬੈਠੇ ਨੇ ਭਾਈ ਹਰਸਿਮਰਨ ਸਿੰਘ ਜੀ, ਜੋ ਕਿ ਰਾਜਨੀਤਿਕ ਵਿਸ਼ਲੇਸ਼ਕ ਨੇ ਤੇ ਕਿਹਾ ਇਹ ਵੀ ਜਾਂਦਾ ਹੈ ਕਿ ਉਹ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਵਿਸ਼ਿਆਂ ਦੇ ਉੱਤੇ ਘੱਟੋ ਘੱਟ 12 ਕਿਤਾਬਾਂ ਜਿਹੜੀਆਂ ਲਿਖ ਚੁੱਕੇ ਨੇ ਤੇ ਮੌਜੂਦਾ ਹਾਲਾਤ ਦੇ ਵਿੱਚ ਮੈਂ ਕਹਿ ਸਕਦਾ ਕਿ ਉਹਨਾਂ ਨੂੰ ਆਧੁਨਿਕ ਭਾਰਤ ਦਾ, ਆਧੁਨਿਕ ਪੰਜਾਬ ਦਾ ਗਲੀਲੀਓ ਵੀ ਕਹਿ ਦਿੱਤਾ ਜਾਵੇ ਤਾਂ ਦੋ ਰਾਏ ਨਹੀਂ ਹੋਏਗੀ। ਸਭ ਤੋਂ ਪਹਿਲਾਂ ਹਰਸਿਮਰਨ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ 'ਚ। ਸੋ ਗੱਲਬਾਤ ਅਸੀਂ ਕਰਨੀ ਹੈ ਅੱਜ ਦੀ ਜੋ ਤਾਜ਼ਾ ਸਥਿਤੀ ਹੈ ਕਿਸਾਨੀ ਅੰਦੋਲਨ ਦੀ, ਕਿਉਂਕਿ ਅਸੀਂ ਉਹਨਾਂ ਨੂੰ ਇਸੇ ਲਈ ਸੱਦਾ ਦਿੱਤਾ ਹੈ। ਬਹੁਤ ਕੁਝ ਉਹਨਾਂ ਨੇ ਲਿਖਿਆ ਹੈ, ਬਹੁਤ ਕੁਝ ਉਹਨਾਂ ਨੇ ਪੜ੍ਹਿਆ, ਬਹੁਤ ਕੁਝ ਸੁਣਿਆ ਹੈ ਤੇ ਬਹੁਤ ਕੁਝ ਕਿਹਾ ਹੈ ਕਿਸਾਨੀ ਅੰਦੋਲਨ ਦੇ ਉੱਤੇ। ਲੇਕਿਨ ਵਰਤਮਾਨ ਸਥਿਤੀ ਦੇ ਵਿੱਚ ਅੱਜ ਉਹ ਸਥਿਤੀ ਬਣ ਗਈ ਹੈ ਕਿਸਾਨਾਂ ਦੀ, ਜਦੋਂ ਦਿੱਲੀ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਬੈਰੀਗੇਡਸ ਲਗਾ ਕੇ ਸਰਹੱਦਾਂ ਨੂੰ ਸੀਲ ਕਰਕੇ ਰੋਕ ਦਿੱਤਾ ਗਿਆ ਤੇ ਇੱਕ ਟਕਰਾਅ ਵਰਗੀ ਸਥਿਤੀ ਜਿਹੜੀ ਹੈ ਉਹ ਸਾਹਮਣੇ ਆ ਗਈ ਹੈ। ਹਰਸਿਮਰਨ ਸਿੰਘ ਜੀ, ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੁੰਦਾ ਵੀ ਇਹ ਸਥਿਤੀ ਕਿਉਂ ਬਣੀ, ਆਖਰ ਕੀ ਹੈ ਵਰਤਮਾਨ ਅੱਜ ਹਾਲਾਤ ਪੰਜਾਬ ਦੀ ਕਿਸਾਨੀ ਦੇ। ਦੇਖੋ ਡਾਵਰਾ ਸਾਹਿਬ, ਕਿਸਾਨੀ ਅੰਦੋਲਨ ਚੱਲਦਾ ਪੰਜਾਬ ਵਿੱਚ ਅੱਜ 2 ਮਹੀਨੇ ਪੂਰੇ ਹੋ ਗਏ। ਬਿਲਕੁਲ। 25 ਸਤੰਬਰ ਨੂੰ ਜੋ ਪਹਿਲਾ ਬੰਦ ਹੋਇਆ ਸੀ, ਉਸ ਸਮੇਂ ਕਈ ਤਰ੍ਹਾਂ ਦੀਆਂ ਦੁਬਿਧਾਵਾਂ ਸੀ, ਕਈ ਤਰ੍ਹਾਂ ਦੇ ਸ਼ੰਕੇ ਸੀਗੇ ਜਾਂ ਕਈ ਤਰ੍ਹਾਂ ਦਾ ਇਸ ਤਰ੍ਹਾਂ ਦੇ ਸੀਗੇ ਇਹ ਬਿੱਲ ਜਿਹੜੇ ਨੇ ਕੋਈ ਕੀ ਨੇ, ਕਿਉਂਕਿ ਇਹਦੇ 'ਚ 15-20 ਦਿਨ ਜਿਹੜਾ ਹੈ ਨਾ ਜੀ, ਉਹ ਤਾਂ ਐਜੂਕੇਟ ਕਰਨ ਲੱਗ ਗਿਆ ਸਰਕਾਰ ਨੂੰ ਵੀ ਤੇ ਕਿਸਾਨ ਜਥੇਬੰਦੀਆਂ ਨੂੰ ਵੀ। ਬਿਲਕੁਲ। ਸਰਕਾਰ ਜਿਹੜੀ ਹੈ ਵਕਤ ਦੀ ਕਾਂਗਰਸ ਸਰਕਾਰ, ਇਹ ਚੁੱਕੇ ਬੀਜੇਪੀ ਦੇ ਵਿਰੋਧ 'ਚ ਹੈ ਜੀ। ਇਸ ਕਰਕੇ ਕਿਉਂਕਿ ਕਾਨੂੰਨ ਜਿਹੜੇ ਬੀਜੇਪੀ ਨੂੰ ਜਾਂਦੇ ਗਏ ਨੇ, ਬਿਲਕੁਲ ਉਹ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਨੇਚਰਲ ਅਲਾਈ ਮਿਲ ਗਿਆ ਜਾਂ ਕਾਂਗਰਸ ਨੂੰ ਨੇਚਰਲ ਅਲਾਈ ਮਿਲ ਗਿਆ ਵੀ ਚਲੋ ਉਹ ਵੀ ਕਿਸਾਨਾਂ ਦੀ ਗੱਲ ਕਰਦੇ ਨੇ। ਦੂਸਰਾ ਜਿਹੜੀਆਂ ਇਹ ਪਾਰਟੀਆਂ ਨੇ, ਮੇਨ ਸਟ੍ਰੀਮ ਪਾਰਟੀਆਂ ਨੇ ਜੀ, ਇਹ ਕਿਸਾਨੀ ਬੇਸਡ ਨੇ, ਖਾਸ ਤੌਰ 'ਤੇ ਜੱਟ ਕਿਸਾਨੀ ਬੇਸਡ ਨੇ। ਔਰ ਇਹ ਜਿਹੜਾ ਬਿੱਲ ਆਏ ਨੇ ਜਾਂ ਕਾਨੂੰਨ ਬਣੇ ਨੇ, ਇਹਦਾ ਡਾਇਰੈਕਟ ਇਫੈਕਟ 3 ਤਰ੍ਹਾਂ ਜਿਹੜੇ ਬਿੱਲ ਆਏ ਨੇ। ਡਾਇਰੈਕਟ ਇਫੈਕਟ ਜੋ ਪ੍ਰਭਾਵ ਦਿੱਤਾ ਗਿਆ ਜਾਂ ਜੋ ਐਨਾਲਿਸਿਸ ਹੋਇਆ ਐਕਸਪਰਟਸ ਵੱਲੋਂ ਵੀ, ਕਿਸਾਨਾਂ ਵੱਲੋਂ ਵੀ, ਉਹ ਇਹ ਸੀ ਵੀ ਇਹ ਦੇ ਆਰ ਡਾਇਰੈਕਟਲੀ ਅਗੇਂਸਟ ਦਾ ਕਿਸਾਨੀ। ਬਿਲਕੁਲ। ਚਾਹੇ ਸਟੋਰੇਜ ਹੈ, ਚਾਹੇ ਐਸੈਂਸ਼ੀਅਲ ਕਮੋਡਿਟੀਜ਼ ਹੈ, ਚਾਹੇ ਕੰਟਰੈਕਟ ਫਾਰਮ ਹੈ, ਸਾਰਾ ਕੁਝ ਉਹਦੇ ਬਾਰੇ ਗੱਲ ਕਰਨ ਦਾ ਫਾਇਦਾ ਨਹੀਂ। ਬਿਲਕੁਲ। ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਐਸਾ ਵਾਤਾਵਰਨ ਬਣਾਇਆ ਗਿਆ ਜੀ ਕਿ ਬੀਜੇਪੀ ਦੀ ਸਰਕਾਰ ਜਿਹੜੀ ਹੈ ਉਹ ਕਾਰਪੋਰੇਟ ਜਿਹੜਾ ਮਾਡਲ ਹੈ ਨਾ ਜੀ ਆਫ ਡਿਵੈਲਪਮੈਂਟ, ਬਿਲਕੁਲ ਉਸ ਦੇ ਆਧਾਰ 'ਤੇ ਜਿਵੇਂ ਪੰਜਾਬ ਦੇ ਵਿੱਚ, ਪੰਜਾਬ ਦੇ ਨਾਲ ਹਿੰਦੁਸਤਾਨ ਦੀਆਂ ਹੋਰ ਸੰਸਥਾਵਾਂ ਕਾਰਪੋਰੇਟ ਕੋਲ ਵਿੱਚੀਆਂ ਜਾ ਰਹੀਆਂ ਨੇ, ਦਿੱਤੀਆਂ ਜਾ ਰਹੀਆਂ ਨੇ, ਏਅਰਪੋਰਟਸ ਨੇ, ਰੇਲਵੇਜ਼ ਨੇ ਵਗੈਰਾ ਵਗੈਰਾ ਜੀ, ਵੀ ਕਿਸਾਨੀ ਨੂੰ ਵੀ ਉਹ ਕਾਰਪੋਰੇਟ ਕੋਲ ਦੇਣਾ ਚਾਹੁੰਦੀ। ਬਿਲਕੁਲ। ਸੋ ਇਹ ਇੱਕ ਬੜਾ ਭਾਵਕ ਮੁੱਦਾ ਬਣ ਗਿਆ। ਦੇਖੋ ਤੁਸੀਂ ਕਿੰਨੀ ਹੈਰਾਨਗੀ ਦੀ ਗੱਲ, ਅੱਜ 2 ਮਹੀਨੇ ਬਾਅਦ ਦੇਖਦੇ ਹਾਂ ਤਾਂ ਜੋ ਡਿਵੈਲਪਮੈਂਟ ਪੜਾਅਵਾਰ ਹੋਈ ਆ, ਉਹਦੇ ਵਿੱਚ ਗੱਲਬਾਤ ਵੀ ਹੋਈ 2 ਵਾਰੀ, ਤਕਰੀਬਨ ਫੇਲ ਹੀ ਸਮਝਿਆ ਜਾ ਸਕਦਾ ਕਿ ਕੋਈ ਸਫਲਤਾ ਹੋਇਆ ਨਹੀਂ। ਬਿਲਕੁਲ। ਇਹਦੇ 'ਚ ਦੇਖੋ ਜਿਸ ਵੇਲੇ ਇੱਕ ਤਰ੍ਹਾਂ ਦਾ ਰੇਲਾਂ ਰੋਕੀਆਂ ਗਈਆਂ, ਟੋਲ ਪਲਾਜ਼ੇ ਰੋਕੇ ਹੋਏ ਨੇ, ਜਾਂ ਜਿਹੜੀਆਂ ਮਾਲਸ ਨੇ ਉਹ ਰੋਕੀਆਂ ਹੋਈਆਂ ਵੀ ਤਾਂ ਕਿ ਉਹਨਾਂ ਨੂੰ ਡਾਇਰੈਕਟ ਇਕਨੋਮਿਕ ਸੱਟ ਮਾਰੀ ਜਾਏ ਜੀ। ਬਿਲਕੁਲ। ਇਹਦੇ 'ਚ ਕਈ ਨਵੇਂ ਲੀਡਰਸ ਆ ਗਏ ਹੋਏ ਨੇ ਜੀ, ਸ਼ੰਭੂ ਬੈਡਰ ਦੇ ਮੋਰਚੇ ਲੱਗੇ ਹੋਏ ਨੇ। ਬਿਲਕੁਲ। ਸੋ ਪੋਲੀਟੀਕਲ ਪਾਰਟੀਜ਼ ਨੇ ਇਸ 'ਚ ਇਨਵੋਲਵਮੈਂਟ ਕੀਤੀ। ਬਿਲਕੁਲ। ਯਾਨੀ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਨਹੀਂ ਸੀਗਾ, ਬਟ ਅਲਟੀਮੇਟਲੀ ਕਾਂਗਰਸ ਤੋਂ ਇਲਾਵਾ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਦੀ ਮਦਦ ਕੀਤੀ ਹੈ ਤੇ ਕਿਸਾਨ ਅੱਗੇ ਨੇ ਪੋਲੀਟੀਕਲ ਪਾਰਟੀ। ਬਿਲਕੁਲ। ਇੱਕ ਚੀਜ਼ ਇਹ ਵੀ ਉੱਭਰ ਕੇ ਆਈ ਹੈ ਵੀ ਜਿਹੜਾ ਇਹ ਪਹਿਲੀ ਵਾਰ ਹੋਇਆ ਵੀ ਕਿਸਾਨਾਂ ਦੇ ਝੰਡੇ ਥੱਲੇ ਸਾਰੀਆਂ ਪੋਲੀਟੀਕਲ ਪਾਰਟੀਆਂ ਆਈਆਂ। ਅੱਛਾ, ਕਿਸਾਨ ਵੀ ਇੰਨੇ ਇੱਕ ਮਤਲਬ ਚੇਤਨ ਨੇ ਜੀ, ਉਹਨਾਂ ਕਹਿੰਦੇ ਝੰਡੇ ਆਪਣੇ ਛੱਡ ਕੇ ਆਓ, ਝੰਡੇ ਛੱਡ ਕੇ। ਬਿਲਕੁਲ। ਉਹਨਾਂ ਨੇ ਹੋ ਗਿਆ ਵੀ ਇਹ ਸਾਡੀ ਇਸ ਕਿਸਾਨੀ ਮੋਰਚੇ ਤੋਂ ਆਪਣਾ ਪੋਲੀਟੀਕਲ ਗੇਨਸ ਲੈਣਗੇ, ਇਸ ਕਰਕੇ ਕਿਉਂਕਿ ਕਿਸਾਨੀ ਜਿਹੜੀ ਹੈ 31 ਚਾਚਾ ਦੂਸਰੀ ਡਿਵੈਲਪਮੈਂਟ ਹੋਈ ਕਿ ਜਿਸ ਤਰ੍ਹਾਂ ਵੀ ਕਿਸਾਨ ਜਥੇਬੰਦੀਆਂ ਸੀਗੀਆਂ, ਅੱਜ ਤੱਕ ਅਸੀਂ ਕਦੀ ਸੁਣਿਆ ਨਹੀਂ ਸੀ 31 ਜਥੇਬੰਦੀ ਪੰਜਾਬ 'ਚ ਕੰਮ ਕਰ ਰਹੀਆਂ, ਸਾਰੀਆਂ ਇਕੱਠੀਆਂ ਹੋ ਗਈਆਂ। ਬਿਲਕੁਲ। ਸੋ ਉਹਦੇ ਨਾਲ ਇੱਕ ਐਸੀ ਸਥਿਤੀ ਬਣ ਗਈ ਹੈ ਹੁਣ ਅੱਜ ਦੇ ਡੇਟ 'ਚ, 2 ਮਹੀਨੇ ਲੰਘ ਗਏ ਨੇ, ਕਿ ਦਿੱਲੀ ਨਾਲ ਡਾਇਰੈਕਟ ਟਕਰਾਅ ਹੈ ਜੀ। ਬਿਲਕੁਲ। ਔਰ ਦਿੱਲੀ ਜਿਹੜੀ ਹੈ ਕਿਉਂਕਿ ਇੱਕ ਤਾਂ ਕਰੋਨੇ ਦੀ ਸਾਰੀ ਸਮੱਸਿਆ ਹੈਗੀ ਹੈ, ਕਿਸਾਨਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉੱਥੇ ਜਿਨ੍ਹਾਂ ਨੇ ਇਹਨਾਂ ਮਤਲਬ ਡਿਟਰਮਿੰਡ ਲੱਗਦਾ ਕਿ ਜੀ। ਤੇ ਦੂਸਰਾ ਜਦੋਂ ਕੋਈ ਲਹਿਰ ਚੱਲਦੀ ਹੈ ਨਾ ਜੀ, ਜਦੋਂ ਬੀਬੀਆਂ, ਬੱਚੇ ਔਰ ਜਿਹੜੇ ਆਮ ਯੂਥ ਵਰਗ ਹੈ ਜੀ, ਕੁਝ ਮੋਬਿਲਾਈਜ਼ ਹੋ ਜਾਂਦਾ ਹੈ ਨਾ ਜੀ, ਤਾਂ ਸਮਝਦਾ ਵੀ ਉਹ ਤੁਰ ਥੱਲੇ ਤੱਕ, ਚੁੱਲ੍ਹੇ ਤੱਕ ਪਹੁੰਚ ਗਿਆ। ਬਿਲਕੁਲ। ਬਿਲਕੁਲ। ਇਹ ਸਥਿਤੀ ਬਣੀ ਹੋਈ ਹੈ। ਲੇਕਿਨ ਅੱਜ ਸਥਿਤੀ ਦੇ ਵਿੱਚ ਇਹ ਦੇਖਿਆ ਜਾਵੇ ਵੀ ਅੱਜ ਹਲੇ 25 ਤਾਰੀਖ ਹੈ, ਕੱਲ 26 ਔਰ 27 ਨੂੰ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਧਰਨੇ ਦੇਵਾਂਗੇ, ਦਿੱਲੀ 'ਚ ਜਾ ਕੇ ਰੈਲੀਆਂ ਕਰਾਂਗੇ ਔਰ ਸਮੁੱਚੇ ਭਾਰਤ ਦੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰੀਆਂ ਆਉਣਗੀਆਂ। ਦੂਸਰੇ ਪਾਸੇ ਜਿਹੜੀ ਹੈ ਉਹ ਇੱਕ ਹੜਤਾਲ ਵੀ ਟ੍ਰੇਡ ਯੂਨੀਅਨ ਨੇ ਕੱਲ ਦੀ 26 ਤਰੀਕ ਦੀ 1 ਰੋਜ਼ਾ ਹੜਤਾਲ ਕਰ ਦਿੱਤੀ ਹੈ ਔਰ ਉਸ ਹੜਤਾਲ ਦੇ ਵਿੱਚ ਅੱਜ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੈਂਕਿੰਗ ਜੋ ਵੀ ਬੈਂਕਿੰਗ ਜਥੇਬੰਦੀਆਂ ਨੇ ਉਹਨਾਂ ਨੇ ਵੀ ਹਾਮੀ ਭਰੀ ਹੈ ਕੱਲ ਨੂੰ ਬੈਂਕ ਵੀ ਬੰਦ ਰਹਿਣਗੇ। ਮਤਲਬ ਇਹ ਚੀਜ਼ਾਂ ਇੱਕ ਹੰਗਾਰਾ ਮਿਲਿਆ ਸੀਗਾ। ਲੇਕਿਨ ਦੂਸਰੇ ਪਾਸੇ ਜੇ ਅਸੀਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ
ਦੇ ਕਿਸਾਨਾਂ ਦੇ ਲਈ ਤਾਂ ਹਰਿਆਣੇ ਦਾ ਬਾਰਡਰ ਸੀਲ ਕਰ ਦਿੱਤਾ ਹੈ। ਦੇਖੋ ਇਹ ਇੱਕ ਨੇਚਰਲ ਸੀਗਾ, ਪਤਾ ਹੀ ਸੀਗਾ ਵੀ ਹੋਣਾ ਹੈ ਜੀ। ਪਰ ਮੈਂ ਸਮਝਦਾ ਕਿ ਜਿਹੜਾ ਕਿਸਾਨ ਅੰਦੋਲਨ ਜਿਹੜਾ ਆਲ ਇੰਡੀਆ ਪੱਧਰ ਤੇ ਸੰਗਠਨ ਬਣੇ, ਜੀ। ਜੋ 250 ਜਥੇਬੰਦੀਆਂ ਆ ਗਈ, ਸਾਰਾ ਕੁਝ ਆ ਗਿਆ, ਕਿਉਂਕਿ ਸਾਰਾ ਹਿੰਦੁਸਤਾਨ ਦਾ ਕਿਸਾਨ ਇਫੈਕਟ ਹੋ ਰਿਹਾ। ਬਿਲਕੁਲ। ਔਰ ਇਹਦੇ ਕਈ ਮਾੜੇ ਰਿਜ਼ਲਟ ਜਿਹੜੇ ਪਹਿਲਾਂ ਜਿਵੇਂ ਮਤਲਬ ਮੰਡੀਕਰਨ ਖਤਮ ਹੋ ਗਿਆ ਬਿਹਾਰ ਦੇ ਵਿੱਚ, ਯੂਪੀ 'ਚ ਬਹੁਤ ਘੱਟ ਹੈ, ਔਰ ਉੱਥੇ ਬਹੁਤ MSP ਤੇ ਨਹੀਂ ਮਿਲਦਾ ਰੇਟ, ਉਹ ਇੱਥੇ ਆ ਕੇ ਵਿਕਣ ਲੱਗ ਪਏ। ਬਿਲਕੁਲ। ਇਹ ਹੈਰਾਨ ਹੋ ਗਏ ਡਾਬਰਾ ਸਾਹਿਬ ਕਿ ਇਸ ਸਾਲ 170 ਲੱਖ ਟਨ ਤਾਂ ਪੰਜਾਬ ਦੀ ਉਪਜ ਹੋਈ ਹੈ, ਲੇਕਿਨ ਖਰੀਦ 200 ਟਨ ਹੋਈ ਹੈ, ਮੀਟਰ ਟਨ ਹੋਈ ਹੈ। ਬਿਲਕੁਲ। ਯਾਨੀ ਕਿ 10,000 ਕਰੋੜ ਦਾ ਝੋਨਾ ਦੂਸਰੀ ਸਟੇਟ ਚੋਂ ਅੰਡਰ ਦਿਸ ਲਾ ਉਹ ਆ ਕੇ ਵਿਕਿਆ। ਸੋ ਜਦੋਂ ਇਹ ਸਥਿਤੀ ਬਣ ਗਈ ਹੈ ਨਾ ਜੀ, ਤੇ ਇੱਕ ਐਸੇ ਹਾਲਾਤ ਬਣ ਗਏ ਨੇ ਕਿ ਕੇਂਦਰ ਸਰਕਾਰ ਨਾਲ ਡਾਇਰੈਕਟ ਕਨਫਰੰਟੇਸ਼ਨ ਦਾ ਹਾਲਾਤ ਬਣੇ ਨੇ। ਬਿਲਕੁਲ। ਔਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅੱਜ ਕੱਲ੍ਹ ਨਾਲ ਜਾਣਾ ਹੈ, ਉਹ ਦਿੱਲੀ ਨੂੰ 5 ਰਸਤੇ ਲੱਗਦੇ ਨੇ ਸਟੇਟਾਂ ਤੋਂ, ਉੱਥੋਂ ਇਹਨਾਂ ਨੇ ਸੀਲ ਬੈਕ ਕਰਨਾ ਹੈ। ਪਰ ਮੈਂ ਸਮਝਦਾ ਕਿ ਜਿਹੜੀ BJP ਸਰਕਾਰ ਹੈ ਜੀ, ਉਸ ਵਾਸਤੇ ਵੀ ਇੱਕ ਤਰ੍ਹਾਂ ਦੀ ਮਰਨ ਦੀ ਡੂ ਔਰ ਡਾਈ ਦੀ ਸਥਿਤੀ ਬਣੀ ਹੋਈ ਹੈ। ਬਿਲਕੁਲ। ਕਿ ਆਇਆ ਉਹ ਜੇਕਰ ਕਿਸਾਨ ਅੰਦਰ ਆ ਜਾਂਦੇ ਨੇ ਦਿੱਲੀ 'ਚ ਜੀ, ਔਰ ਜਿਸ ਢੰਗ ਨਾਲ ਉਹ ਆਪਣਾ ਸਾਰਾ ਰਾਸ਼ਨ ਪਾਣੀ ਤੰਬੂ ਟੈਂਟ ਵਗੈਰਾ ਸਾਰਾ ਲਿਜਾ ਰਹੇ ਨੇ ਜੀ, ਤੇ ਇਹ ਪ੍ਰਭਾਵ ਦਿੱਤਾ ਗਿਆ ਕਿ ਪਤਾ ਨਹੀਂ ਕਿੰਨੇ ਦਿਨ ਲੱਗਦੇ ਨੇ। ਬਿਲਕੁਲ। ਇਸ ਨੇ ਮੈਂ ਸਮਝਦਾ ਕਿ ਸਾਰਾ ਐਡਮਿਸ਼ਨ ਡਰਾਤਾ, ਇਹਨਾਂ ਨੇ ਡਰਾ ਦਿੱਤਾ। ਲੇਕਿਨ ਮੈਂ ਸਮਝਦਾ ਵੀ ਦਿੱਲੀ ਦੇ ਵਿੱਚ ਜਿਹੜਾ ਰਾਜ ਹੈਗਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੈਗਾ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਕਿਸਾਨੀ ਅੰਦੋਲਨ ਨੂੰ ਸਮਰਥਨ ਦੇ ਰਹੀ ਹੈ। ਉਸ ਦਾ ਪ੍ਰਭਾਵ ਸਿਰਫ ਇਹ ਹਰਿਆਣੇ ਕਰਕੇ ਪੈ ਜਾਏਗਾ। ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਨੇਚਰਲੀ, ਕਿਉਂਕਿ ਦੇਖੋ ਜਿਹੜਾ ਦਿੱਲੀ ਦੀ ਸਥਿਤੀ ਹੈ ਨਾ ਜੀ, ਉੱਥੇ ਜਿਹੜਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਨਾ ਜੀ, ਉਹ ਸੂਤ ਕਰਨਾ ਕੇਂਦਰ ਸਰਕਾਰ। ਬਿਲਕੁਲ ਠੀਕ ਹੈ ਨਾ ਜੀ। ਬਿਲਕੁਲ। ਉਹ ਤਾਂ ਜੇ ਦੂਸਰੀ ਸਥਿਤੀ ਤੇ ਜਾ ਕੇ ਦੂਜੇ ਤੀਜੇ ਪੜਾਅ ਤੇ ਬੈਠੀ ਦਿੱਲੀ ਪੁਲਿਸ ਤਾਂ ਜੀ, ਪਹਿਲਾਂ ਤਾਂ ਹਰਿਆਣਾ ਦੀ ਪੁਲਿਸ, ਰਾਜਸਥਾਨ ਦੀ ਪੁਲਿਸ, ਕਿਉਂਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਹੈ। ਅਸੀਂ ਇਹ ਮੰਨ ਲੈਂਦੇ ਵੀ ਪੰਜਾਬ ਦੀਆਂ ਜਿਹੜੀਆਂ ਸੀਮਾਵਾਂ ਨੇ ਸੀਲ ਕਰ ਦਿੱਤੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਤੁਸੀਂ ਕਿਹਾ ਵੀ 5 ਪਾਸੇ ਤੋਂ ਦਿੱਲੀ ਜਿਹੜੀ ਆ ਅਲੱਗ-ਅਲੱਗ ਸਟੇਟਾਂ ਦੇ ਨਾਲ ਲੱਗਦੀ ਹੈਗੀ ਆ। ਬਿਲਕੁਲ। ਰਾਜਸਥਾਨ ਤੋਂ ਲੋਕ ਆ ਸਕਦੇ ਨੇ, ਉੱਤਰ ਪ੍ਰਦੇਸ਼ ਤੋਂ ਆ ਸਕਦੇ ਨੇ, ਉੱਤਰਾਖੰਡ ਦੇ ਲੋਕ ਜਾ ਸਕਦੇ ਨੇ, ਉਹਨਾਂ ਦਾ ਹਰਿਆਣੇ ਵਾਲੇ ਵੀ ਜਾ ਸਕਦੇ ਨੇ। ਫਿਰ ਉਹ ਕੀ ਹੋਏਗਾ? ਫਿਰ ਉਹ ਕੀ ਹੋਏਗਾ? ਉਸ ਸਥਿਤੀ 'ਚ ਕੀ ਹੋਏਗਾ? ਅਗਰ ਮੰਨ ਲਓ ਵੀ ਪੰਜਾਬ ਦੇ ਨਹੀਂ ਪੁੱਜ ਪਾਉਂਦੇ ਸਾਰੇ ਕਿਸਾਨ, ਥੋੜੇ ਬਹੁਤੇ ਪੁੱਜ ਜਾਣਗੇ, ਫਿਰ ਕੀ ਹੋਏਗਾ? ਦੇਖੋ ਮੈਂ ਜੋ ਮਹਿਸੂਸ ਕਰਦਾ ਜੀ, ਕੱਲ ਜੋ ਸਥਿਤੀ ਬਣੇਗੀ ਜੀ, ਵਿੱਚ ਜਿਹੜੇ ਰਸਤਿਆਂ ਤੇ ਕਿਸਾਨ ਤਾਂ ਜ਼ਰੂਰ ਪਹੁੰਚਣਗੇ ਜੀ, ਚਾਹੇ ਉਹ ਕਿਸ ਤਰੀਕੇ ਨਾਲ ਪਹੁੰਚਣ, ਭਾਵੇਂ ਥੋੜੀ ਗਿਣਤੀ 'ਚ ਪਹੁੰਚਣ। ਬਿਲਕੁਲ। ਤੇ ਪੁਲਿਸ ਉਹਨਾਂ ਨੂੰ ਰੋਕੇਗੀ ਜੀ, ਜੋ ਹਾਲਾਤ ਬਣੇ। ਬਿਲਕੁਲ। ਪਰ ਇਹਦੇ 'ਚ ਗੱਲ ਇਹ ਬਣਦੀ ਹੈ ਕਿ ਆਇਆ ਕੇਂਦਰ ਸਰਕਾਰ ਝੁਕਦੀ ਹੈ ਜੀ, ਜਿਹੜਾ ਮੂਲ ਮੁੱਦਾ ਤਾਂ ਇਹ ਹੈ ਕਿ ਜੋ ਪ੍ਰੈਸ਼ਰ ਬਣਾਇਆ ਜਾ ਰਿਹਾ ਜਥੇਬੰਦੀਆਂ ਵੱਲੋਂ, ਚਾਹੇ ਉਹ ਰੇਲ ਉੱਪਰ ਬਣਾਇਆ ਗਿਆ ਜਾਂ ਕਿਸ ਤਰੀਕੇ ਨਾਲ ਬਣਾਇਆ। ਇੱਕ ਦੂਜੀ ਹੋਰ ਗੱਲ ਹੈ ਕਿ ਜੋ ਰਣਨੀਤੀ ਬਣੀ ਹੈ ਜੋ ਜਥੇਬੰਦੀਆਂ ਦੀ, ਉਹ ਹੈ ਕਿ ਇੱਕ ਕਦਮ ਪਿੱਛੇ ਹਟ ਕੇ 2 ਕਦਮ ਅੱਗੇ ਚਲੇ ਜਾਓ ਜੀ, ਉਹ ਸੇਮ ਉਹਨਾਂ ਨੇ ਕੀਤਾ। ਬਿਲਕੁਲ। ਪਰ ਦੂਸਰੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾ ਅਗਰੈਸਿਵਲੀ ਸੰਘਰਸ਼ ਲੜਿਆ ਜਾ ਰਿਹਾ ਹੈ, ਉਹਨਾਂ ਪੰਜਾਬ ਤੋਂ ਬਾਹਰ ਹਰਿਆਣਾ ਜਾਂ ਰਾਜਸਥਾਨ 'ਚ ਨਹੀਂ ਲੜਿਆ ਜਾ ਰਿਹਾ। ਪਰ ਚਲੋ ਕਾਂਗਰਸ ਦਾ ਸਾਂਝਾ ਮੋਰਚਾ ਹੈਗਾ ਹੈ। ਹੁਣ ਮੈਂ ਸਮਝਦਾ ਕਿ ਅਗਰ ਹਰਿਆਣੇ ਵੱਲ ਵੀ ਚਲੇ ਜਾਣ, ਰਾਜਸਥਾਨ ਵੱਲ ਵੀ ਆ ਜਾਣ, ਪਰ ਉਹ ਤਾਂ ਇਮੀਡੀਏਟ ਬਾਰਡਰ ਲੱਗਦਾ ਨਾ ਦਿੱਲੀ ਨਾਲ। ਬਿਲਕੁਲ। ਸੋ ਉੱਥੇ ਆ ਕੇ ਸਥਿਤੀ ਜਿਹੜੀ ਹੈ ਗੰਭੀਰ ਹੋ ਸਕਦੀ ਹੈ, ਕਿਉਂਕਿ ਜਿਸ ਢੰਗ ਦੇ ਨਾਲ ਇਹ ਮੋਰਚੇ ਦੀ 2 ਮਹੀਨੇ ਹੋ ਗਏ ਨੇ, ਕਿਉਂਕਿ ਦੇਖੋ ਕਈ ਵਾਰੀ ਹੁੰਦਾ ਕਿ ਮੋਰਚਾ ਲੜਦੇ ਫਰਸਟ੍ਰੇਸ਼ਨ ਵੀ ਆ ਜਾਂਦੀ। ਬਿਲਕੁਲ। ਯੂਥ ਵਿੱਚ ਇਨਵੋਲਵਡ ਹੈ ਜਾਂ ਹੋਰ ਕਿਸ ਤਰੀਕੇ ਨਾਲ ਅਗਰ ਵਾਇਲੈਂਸ ਆ ਜਾਂਦੀ ਹੈ, ਬਿਲਕੁਲ, ਤਾਂ ਉਹਦੇ 'ਚ ਵਾਸਤੇ ਫਿਰ ਦੋਨਾਂ ਸਥਿਤੀਆਂ ਵਾਸਤੇ ਗੰਭੀਰ ਹੋ ਜਾਏਗਾ। ਤੁਸੀਂ ਕਿਹਾ ਵੀ ਕਿਤੇ ਨਾ ਕਿਤੇ ਡਰ ਹੈ ਕੇਂਦਰ ਸਰਕਾਰ ਨੂੰ ਵੀ ਇਹ ਕੁਝ ਇੱਥੇ ਗੜਬੜ ਨਾ ਹੋ ਜਾਏ। ਜੇ ਕੇਂਦਰ ਸਰਕਾਰ ਇਹੀ ਦੂਸਰਾ ਪੱਖ ਲੈ ਲਓ, ਕਿਸਾਨਾਂ ਨੂੰ ਹਾਲੇ ਤੱਕ ਅਹਿਮੀਅਤ ਨਹੀਂ ਦਿੰਦੇ। ਮੋਦੀ ਸਾਹਿਬ ਕਹਿੰਦੇ ਵੀ ਮੈਂ ਆਪਣੇ ਬਿੱਲਾਂ ਦੇ ਉੱਤੇ ਅੜਿਆ ਹੋਇਆ, ਮੈਂ ਵਾਪਸ ਨਹੀਂ ਲਾਂਗਾ ਕਿਉਂਕਿ ਇਹ ਬਹੁਤ ਵਧੀਆ ਨੇ ਔਰ ਕਿਸਾਨ ਪੱਖੀ ਬਿੱਲ ਨੇ, ਮੈਂ ਇਹਨੂੰ ਕਿਸੇ ਕੰਡੀਸ਼ਨ 'ਚ ਵਾਪਸ ਨਹੀਂ ਲਾਂਗਾ। ਮੇਰਾ ਮੰਨਣਾ ਇਹ ਹੈ ਵੀ ਅਗਰ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਨਾ ਰੋਕਿਆ ਜਾਂਦਾ, ਇਹਨਾਂ ਨੂੰ ਦਿੱਲੀ ਦੇ ਵਿੱਚ ਜਿਹੜਾ ਹੈ ਵੜਨ ਦਿੱਤਾ ਜਾਂਦਾ, ਉੱਥੇ ਬਾਕੀ ਪੂਰੇ ਹਿੰਦੁਸਤਾਨ ਦੀਆਂ ਜਿਹੜੀਆਂ ਆਲੇ ਦੁਆਲੇ ਦੀਆਂ ਸਟੇਟਾਂ ਦੀ ਕਿਸਾਨ ਜਥੇਬੰਦੀਆਂ ਆਉਂਦੀਆਂ, ਜੰਤਰ ਮੰਤਰ ਦੇ ਉੱਤੇ ਧਰਨਾ ਦਿੰਦੀਆਂ, ਰਾਮਲੀਲਾ ਗਰਾਊਂਡ 'ਚ ਧਰਨਾ ਦਿੰਦੀਆਂ, ਉੱਥੇ ਹੋਰ ਵੀ ਬਹੁਤ ਸਾਰੇ ਧਰਨੇ ਔਰ ਲੱਖਾਂ ਦੀ ਤਾਦਾਦ 'ਚ ਅਸੀਂ ਦੇਖਿਆ ਵੀ ਲੱਗਦੇ ਰਹੇ ਆ। ਅਗਰ ਦਿੱਤੇ ਜਾਂਦੇ ਤਾਂ ਕੀ ਡਰ ਸੀ ਕੇਂਦਰ ਸਰਕਾਰ? ਇੱਥੇ ਆ ਕੇ ਮੈਂ ਸਮਝਿਆ ਕੇਂਦਰ ਸਰਕਾਰ ਦੇ ਰਣਨੀਤੀਕਾਰ ਹੈ ਨਾ ਜੀ, ਉਹ ਗਲਤੀ ਕਰ ਰਹੇ ਨੇ। 26 ਤੋਂ 27 ਦੋ ਕਿਸਾਨਾਂ ਨੇ ਕਿਹਾ। ਬਿਲਕੁਲ। ਇਹ ਜਾਂਦੇ ਥੋੜੀ ਗਿਣਤੀ ਜਾਂਦੇ, ਜਿੰਨੀ ਗਿਣਤੀ ਜਾਂਦੇ ਕਰਨਾ ਦੇ ਕੇ ਵਾਪਸ ਆ ਜਾਂਦੇ। ਫਿਰ ਨਵੀਂ ਰਣਨੀਤੀ ਕਰਨ ਵਾਸਤੇ ਤਾਂ ਕਿਸਾਨ ਜਥੇਬੰਦੀ ਦਬਾਅ ਹੋਣਾ ਸੀ ਨਾ ਜੀ। ਜੇ ਅੱਗੇ ਕੀ ਕਰੀਏ? ਪੰਜਾਬ ਦੀ ਟ੍ਰੇਨਾਂ ਉਹਨਾਂ ਨੇ 10 ਦਸੰਬਰ ਤੱਕ ਬੰਦ ਕੀਤੀਆਂ ਨੇ। ਬਿਲਕੁਲ। ਦਿੱਤੀ ਹੈ ਇਹਨਾਂ ਨੂੰ ਜੀ, ਵੈਸੇ ਉਸ ਤੋਂ ਬਾਅਦ ਫੈਸਲਾ ਕਰਾਂਗੇ। ਕੇਂਦਰ ਸਰਕਾਰ ਨੇ 3 ਦਸੰਬਰ ਨੂੰ ਸੱਦ ਲਿਆ। ਬਿਲਕੁਲ। ਹੁਣ ਇੱਥੇ ਮੈਂ ਸਮਝਦਾ ਕਿ ਜਿਹੜੇ ਕੇਂਦਰ ਦੇ ਰਣਨੀਤੀਕਾਰ ਨੇ ਉਹ ਗਲਤੀ ਹੋਰ ਕਰ ਗਏ ਨੇ ਜੀ, ਕਿ ਜਿਹੜਾ ਮੋਰਚਾ ਤਾਂ 26 ਤੋਂ 27 ਨੂੰ ਲੱਗ ਰਿਹਾ। ਬਿਲਕੁਲ।
ਉਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਹ ਡਿਪੈਂਡਸ ਔਨ ਦ ਟਾਈਮ। ਬਿਲਕੁਲ। ਪਰ 3 ਦਸੰਬਰ ਦੀ ਮੈਂ ਸਮਝਦਾ ਕੀ ਇੰਪੋਰਟੈਂਸ ਪਾਈ ਉਹਨਾਂ ਨੇ ਕਿਹਾ ਸਾਡੇ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ, ਗੱਲਬਾਤ ਲਈ ਸਾਡੇ ਕੋਲ ਆਉਣ, ਕਿਉਂਕਿ ਕਿਸਾਨਾਂ ਨੇ ਕਿਹਾ ਵੀ 10 ਤਰੀਕ ਤੱਕ ਅਗਰ 10 ਤਰੀਕ ਤੱਕ ਸਾਡੇ ਇਹ ਬਿੱਲ ਵਾਪਸ ਨਾ ਲਏ ਗਏ ਤਾਂ ਅਸੀਂ ਦੁਬਾਰਾ ਟ੍ਰੇਨਸ ਨੂੰ ਵਾਪਸ ਕਰ ਦਾਂਗੇ। ਗੱਲਬਾਤ ਤਾਂ ਹੋਣੀ ਸੀ। ਦੇਖੋ ਇੱਕ ਦੋ ਤੁਸੀਂ ਵੀ ਪਹਿਲੇ ਕਿਹਾ ਵੀ ਪਹਿਲੀਆਂ ਜਿਹੜੀਆਂ ਗੱਲਬਾਤਾਂ ਨੇ ਅਸਫਲ ਰਹੀਆਂ ਨੇ, ਉਹ ਉਹਨਾਂ ਦੀ ਸਫਲਤਾ ਕਿਸੇ ਤਰ੍ਹਾਂ, ਇਸ ਲਈ ਗੱਲਬਾਤ ਦਾ ਦੌਰ ਤਾਂ ਚਾਲੂ ਹੋਏਗਾ। ਲੇਕਿਨ ਇਹ ਵੀ ਕੇਂਦਰ ਨੂੰ ਪਤਾ ਸੀ ਵੀ 26 ਨਾਲੇ 27 ਨੂੰ ਕਿਸਾਨਾਂ ਨੇ ਕਿਹਾ ਹੋਇਆ ਸੀ ਦਿੱਲੀ ਦੇ ਵਿੱਚ ਆ ਕੇ ਧਰਨੇ ਦੇਵਾਂਗੇ। ਗੱਲ ਤਾਂ ਇਹ ਸੀ, ਬਿਲਕੁਲ ਸਹੀ ਗੱਲ ਹੈ, ਰਣਨੀਤੀਕਾਰਾਂ ਨੇ ਕਿਤੇ ਨਾ ਕਿਤੇ ਗਲਤੀ ਕੀਤੀ ਹੈ, ਉਹਨਾਂ ਨੂੰ ਧਰਨੇ ਦੇਣ ਚਾਹੀਦਾ ਸੀ ਮੇਰੇ ਹਿਸਾਬ ਦੇ ਨਾਲ। ਜੋ ਦੇਖੋ ਦੂਸਰੀ ਗੱਲ ਇਹ ਹੈ ਕਿ ਜਿਹੜਾ 3 ਤਰੀਕ ਨੂੰ ਸੱਦਾ ਦਿੱਤਾ ਨਾ ਜੀ, ਇਹਦੇ ਪਿੱਛੇ ਬੈਕਗ੍ਰਾਉਂਡ ਸਮਝੋ ਜੀ ਵੀ 26 27 ਨੂੰ ਉਹਨਾਂ ਨੇ, ਕਿਉਂਕਿ ਸਰਕਾਰਾਂ ਦਾ ਕੀ ਹੁੰਦਾ, ਸਰਕਾਰਾਂ ਜਿਹੜਾ ਐਡਮਿਨਿਸਟ੍ਰੇਟਰ ਹੈ ਜਾਂ ਬਿਊਰੋਕ੍ਰੇਸੀ ਜਦੋਂ ਫੈਸਲਾ ਕਰ ਰਹੀ ਹੈ ਕਿ ਮੰਨ ਲਓ ਕੋਈ ਆਪਾਂ ਧਰਨਾ ਲਗਾਉਣਾ ਹੈ ਜੀ ਜਾਂ ਕੋਈ ਮੁਜ਼ਾਹਰਾ ਕਰਨਾ ਹੈ, ਸਰਕਾਰ ਇਹ ਸੋਚਦੀ ਹੈ ਵੀ ਕਿਸ ਹੱਦ ਤੱਕ ਜਾ ਸਕਦੇ ਨੇ। ਬਿਲਕੁਲ। ਜੇ 10 ਤੋਂ 15 ਬੰਦੇ ਜਾਂ ਲੰਮਾ ਚੱਲ ਜਾਂਦਾ ਹੈ ਤਾਂ ਉਹਦੇ ਚ ਆ ਕੇ ਉਹ 3 ਤਰੀਕ ਨੂੰ ਆਪਣੀ ਰਣਨੀਤੀ ਬਣਾਉਣਗੇ ਕਿੱਥੋਂ ਤੱਕ ਝੁਕਣਾ ਹੈ ਜੀ, ਜਾਂ ਬਿੱਲ ਵਾਪਸ ਲੈਣੇ ਨੇ ਕਿ ਨਹੀਂ ਲੈਣੇ, ਜਾਂ ਜਿਹੜੀ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਸੇ ਤਰੀਕੇ ਨਾਲ ਜੋ ਫੀਲਿੰਗ ਆਉਂਦੀ ਹੈ ਵੀ ਅਸੀਂ ਹੁਣ ਬਹੁਤ ਥੱਕੀ ਜਾਂਦੇ ਹਾਂ, ਵਾਇਲੈਂਸ ਆ ਜਾਏ ਜਾਂ ਹੋਰ ਟਕਰਾਅ ਹੋ ਜਾਏ, ਵਾਇਲੈਂਸ ਨਾ ਵੀ ਆਵੇ ਟਕਰਾਅ ਹੋ ਜਾਏ, ਚਾਹੇ ਕਿਤੇ ਲਾਠੀ ਚਾਰਜ ਅਥਰੂ ਗੈਸ ਚਲਾਉਣੇ ਪੈ ਜਾਣ, ਤਾਂ ਉਸ ਨਾਲ ਕੀ ਹੈ ਕਿ 3 ਤਰੀਕ ਨੂੰ ਵੇਖਣਗੇ ਕਿ ਦੇਖੋ ਤੁਸੀਂ ਇਹ ਕੀਤਾ ਜੀ, ਤੁਹਾਡੇ ਜਥੇਬੰਦੀ ਨੇ ਆ ਕੀਤਾ, ਬੰਦੇ ਨੇ ਆ ਕੀਤਾ, ਅਸੀਂ ਤੁਹਾਨੂੰ ਨਹੀਂ ਮੰਨਦੇ। ਬਿਲਕੁਲ। ਜੇਕਰ ਇਹਨਾਂ ਕਿਸਾਨਾਂ ਦਾ ਜਿਹੜਾ ਪ੍ਰੈਸ਼ਰ ਜ਼ਿਆਦਾ ਪੈ ਜਾਂਦਾ ਹੈ ਤਾਂ ਉਹ ਕੁਝ ਮੰਨ ਵੀ ਸਕਦੀ ਹੈ ਸਰਕਾਰ। ਬਿਲਕੁਲ। ਕਿਉਂਕਿ ਅਲਟੀਮੇਟਲੀ ਮੈਂ ਮਹਿਸੂਸ ਕਰਦਾ ਇਹ ਗੱਲ ਚੱਲ ਵੀ ਰਹੀ ਹੈ ਵੀ ਸ਼ਾਇਦ 6 ਮਹੀਨੇ ਵਾਸਤੇ ਇਹ ਜਿਹੜੇ ਬਿੱਲਾਂ ਦੀ ਇੰਪਲੀਮੈਂਟੇਸ਼ਨ ਹੈ ਉਹ ਸਰਕਾਰ ਰੋਕ ਦੇਵੇ, ਅੱਗੇ ਪਾ ਦੇਵੇ। ਬਿਲਕੁਲ। ਪਰ ਉਹ ਕਿਸਾਨ ਜਥੇਬੰਦੀਆਂ ਕੀ 6 ਮਹੀਨੇ ਦਾ ਉਹ ਟਾਈਮ ਦੇ ਸਕਣਗੀਆਂ? ਬਿਲਕੁਲ। ਸੋ ਇਹ ਸਾਡੇ ਸਾਹਮਣੇ ਬੜੀ ਇੱਕ ਤਰ੍ਹਾਂ ਦੀ ਇੱਕ ਫਲੂਇਡ ਜੀ ਬੜੀ ਡੈਲੀਕੇਟ ਸਿਚੁਏਸ਼ਨ ਬਣੀ ਹੋਈ ਹੈ। ਇੱਕ ਚੀਜ਼ ਹੋਰ ਹੈ ਵੀ ਜਿਹੜੀ ਟਕਰਾਅ ਦੀ ਸਥਿਤੀ ਅਸੀਂ ਕਲਪਨਾ ਕਰਦੇ ਹਾਂ ਵੀ ਹਾਂ ਹੋ ਸਕਦੀ ਸੀ 26 ਜਾਂ 27 ਨੂੰ ਦਿੱਲੀ 'ਚ ਜਾ ਕੇ ਟਕਰਾਅ, ਵੈਸੇ ਜੇ ਆਰਾਮ ਦੇ ਨਾਲ ਸ਼ਾਂਤੀਮਈ ਜਿੱਦਾਂ ਕਿਸਾਨਾਂ ਨੇ ਕਿਹਾ ਸੀ ਧਰਨੇ ਦੇ ਕੇ ਵਾਪਸ ਆ ਜਾਣਗੇ, ਅਗਰ ਉਹ ਦੇਣ ਦਿੱਤੇ ਜਾਂਦੇ ਤਾਂ ਕੋਈ ਵੱਡੀ ਗੱਲ ਨਹੀਂ ਸੀ। ਲੇਕਿਨ ਉਹ ਨਾ ਹੋਣ ਕਰਕੇ ਹਰਿਆਣਾ ਸਰਕਾਰ ਨੇ ਤਾਂ ਟਕਰਾਅ ਦੀ ਸਥਿਤੀ ਅੱਜ ਦੀ ਤਾਰੀਖ ਦੇ ਵਿੱਚ ਉਤਪੰਨ ਕਰ ਦਿੱਤੀ। ਹਰਿਆਣਾ ਸਰਕਾਰ ਦੀ ਮੈਂ ਸਮਝਦਾ ਇੱਥੇ ਕਿ ਭਾਵੇਂ ਉਹ ਦਿੱਲੀ ਸਰਕਾਰ ਤੋਂ ਹਦਾਇਤਾਂ ਨਹੀਂ ਹੋਣਗੀਆਂ, ਪਰ ਹਰਿਆਣਾ ਸਰਕਾਰ ਨੇ ਇੱਥੇ ਗਲਤੀ ਕੀਤੀ। ਦੇਖੋ 2 ਦਿਨ ਪਹਿਲਾਂ ਇਹਨਾਂ ਦੇ 34 ਲੀਡਰ ਫੜ ਲਏ। ਬਿਲਕੁਲ। ਅੱਜ ਹਾਈ ਕੋਰਟ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਤਾ ਸਰਕਾਰ ਨੂੰ। ਬਿਲਕੁਲ। ਕਿ ਸਾਨੂੰ ਕੱਲ੍ਹ ਨੂੰ ਜਵਾਬ ਦਿਓ। ਬਿਲਕੁਲ। ਹੁਣ ਹਰਿਆਣਾ ਸਰਕਾਰ ਕਟਹਿਰੇ 'ਚ ਖੜ ਗਈ। ਬਿਲਕੁਲ। ਤੁਸੀਂ ਕਿਉਂ ਉਹਨੂੰ ਅਰੈਸਟ ਕੀਤਾ? ਬਿਲਕੁਲ। ਉੱਧਰ ਖਨੌਰੀ, ਸਰਦੂਲਗੜ੍ਹ, ਡੱਬਵਾਲੀ ਜਿਹੜੀ ਹੈਗੀ ਹੈ, ਹੋਰ ਜਿਹੜੇ ਐਂਟਰੀ ਪੁਆਇੰਟਸ ਨੇ 5-6 ਉੱਥੇ ਪੁਲਿਸ ਕਿਸਾਨ ਪਹੁੰਚ ਰਹੇ ਨੇ। ਬਿਲਕੁਲ। ਸੋ ਇਸ ਕਰਕੇ ਬੜੀ ਇੱਕ ਤਰ੍ਹਾਂ ਦੀ ਭੜਕਾਹਟ ਵਾਲੀ ਜਾਂ ਇੱਕ ਤਰ੍ਹਾਂ ਦੀ ਬੜੀ ਸਖਤ ਚੁਣੌਤੀਆਂ ਵਾਲੀ ਸਥਿਤੀ ਬਣ ਗਈ ਹੈ ਹਰਿਆਣਾ ਸਰਕਾਰ ਵਾਸਤੇ ਵੀ, ਕੇਂਦਰ ਸਰਕਾਰ ਵਾਸਤੇ ਵੀ। ਕਿਸਾਨਾਂ 'ਚ ਮੈਂ ਸਮਝਦਾ ਕਿ ਇਸ ਲਈ ਅਗਰੈਸਿਵਨੈਸ ਵੀ ਆ ਰਹੀ ਹੈ। ਬਿਲਕੁਲ। ਦੇਖੋ ਕਈ ਵਾਰੀ ਆਪਾਂ ਜਿਹੜੇ ਫਰਸਟ੍ਰੇਸ਼ਨ ਵੀ ਆ ਜਾਂਦੀ ਹੈ। ਫਰਸਟ੍ਰੇਸ਼ਨ ਵੀ ਆ ਜਾਂਦੀ। ਦੇਖੋ 2 ਮਹੀਨੇ ਹੋ ਗਏ ਨੇ। ਬਿਲਕੁਲ। ਪਰ ਫਿਰ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਦੀ ਇੱਕ ਤਰ੍ਹਾਂ ਦਾ ਉਹਨੂੰ ਪਲੱਸ ਪੁਆਇੰਟ ਦੇਣਾ ਚਾਹੀਦਾ ਕਿ ਉਹਨਾਂ ਨੇ ਅਜੇ ਤੱਕ ਸ਼ਾਂਤਮਈ ਰੱਖਿਆ। ਬਿਲਕੁਲ। ਕਿਸੇ ਪੰਜਾਬ ਦੇ ਵਿੱਚ ਕੋਈ ਐਸਾ ਘਟਨਾ ਨਹੀਂ ਵਾਪਰੀ ਜਿਹਦੇ 'ਚ ਕੁਝ ਤਰੀਕੇ ਨਾਲ ਹੋਵੇ। ਇੱਥੇ ਕਾਂਗਰਸ ਸਰਕਾਰ ਵੀ ਜਿਹੜੀ ਹੈ ਨਾ, ਪੰਜਾਬ ਦੀ ਕਾਂਗਰਸ ਸਰਕਾਰ, ਉਹਦੀ ਵੀ ਸਥਿਤੀ ਦੇਖਣੀ ਪਏਗੀ। ਬਿਲਕੁਲ। ਕਿਉਂਕਿ ਇਹ ਵੀ ਚਾਹੁੰਦੀ ਹੈ ਕਿਸੇ ਤਰੀਕੇ ਕੇਂਦਰ ਸਰਕਾਰ ਨਾਲ ਇਹਨਾਂ ਦਾ ਸਮਝੌਤਾ ਹੋ ਜਾਏ। ਬਿਲਕੁਲ। ਕਿਉਂਕਿ ਅੰਦਰ ਲਾ ਐਂਡ ਆਰਡਰ ਪ੍ਰੋਬਲਮ ਹੈ, ਇਕਨੋਮਿਕ ਪ੍ਰੋਬਲਮ ਆ ਰਹੀਆਂ ਨੇ, ਹੋਰ ਕਈ ਕੁਛ ਆ ਰਹੀਆਂ ਨੇ। ਬਿਲਕੁਲ। ਪੰਜਾਬ ਦੀਆਂ ਪੋਲੀਟੀਕਲ ਪਾਰਟੀਜ਼ ਵੀ ਵੇਖ ਰਹੀਆਂ ਨੇ ਕਾਂਗਰਸ ਸਮਝੌਤਾ ਹੋ ਜਾਵੇ। ਬਿਲਕੁਲ ਸਹੀ ਗੱਲ। ਸੋ ਇਸ ਸਮੁੱਚੇ ਤੌਰ 'ਤੇ ਪੰਜਾਬ ਦੇ ਪੋਲੀਟੀਕਲ ਪਰਿਦ੍ਰਿਸ਼ ਨੂੰ, ਕੇਂਦਰ ਸਰਕਾਰ ਤੇ ਸੈਂਟਰ ਦੇ ਰਿਲੇਸ਼ਨਸ ਨੂੰ, ਕੇਂਦਰ ਜਿਹੜੇ ਹੈਗੇ ਨੇ ਰਿਲੇਸ਼ਨਸ ਵਿਦ ਸਟੇਟਸ ਜੀ, ਔਰ ਕੇਂਦਰ ਸਰਕਾਰ ਦੀ ਜਿਹੜਾ ਅੜੀਅਲ ਰਵੱਈਆ ਹੈ ਜੀ, ਔਰ ਇਹਦੇ ਜਿਹੜੇ ਪਿੱਛੇ ਜੋ ਐਡਮਿਨਿਸਟ੍ਰੇਟਰ ਕੰਮ ਕਰ ਰਹੇ ਨੇ, ਮੈਂ ਸਮਝਦਾ ਸਾਰਿਆਂ ਵਾਸਤੇ ਚਿੰਤਾਜਨਕ ਸਥਿਤੀ ਹੈ। ਇੱਕ ਗੱਲ ਮੈਂ ਤੁਹਾਡੇ ਕੋਲੋਂ ਹੋਰ ਪੁੱਛਣਾ ਹੈ ਹਰਸਿਮਰਨ ਜੀ, ਤੁਸੀਂ ਮੈਨੂੰ ਯਾਦ ਹੈ 5-7 ਸਾਲ ਪਹਿਲਾਂ ਮੈਂ ਤੁਸੀਂ ਮੈਨੂੰ ਬੁੱਕ ਦਿੱਤੀ ਸੀ, ਬੁੱਕ ਪੜ੍ਹੀ ਸੀ ਵਿਜ਼ਨ, ਸਿੱਖ ਵਿਜ਼ਨ 2025। ਹਾਂਜੀ। ਬਹੁਤ ਪਹਿਲਾਂ 10 ਸਾਲ ਆਉਣ ਵਾਲੀ ਸਥਿਤੀ ਨੂੰ ਤੁਸੀਂ ਜਿਹੜਾ ਹੈ ਉਹ 10 ਸਾਲ ਪਹਿਲਾਂ ਹੀ ਇੱਕ ਬੁੱਕ ਦੇ ਵਿੱਚ ਤੁਸੀਂ ਲਿਖ ਦਿੱਤਾ ਸੀਗਾ, ਔਰ ਬੁੱਕ ਬੜੀ ਮਸ਼ਹੂਰ ਹੋਈ ਸੀ ਤੁਹਾਡੀ। ਔਰ ਅੱਜ ਜੋ ਹਾਲਾਤ ਸਿੱਖ ਇਤਿਹਾਸ ਦੇ ਵਿੱਚ ਬਣ ਰਹੇ ਨੇ, ਮੇਰੇ ਖਿਆਲ ਦੇ ਵਿੱਚ ਉਹ ਤੁਹਾਡੀ ਕਿਤਾਬ 'ਚ ਜੋ 5 ਸਾਲ ਪਹਿਲਾਂ ਲਿਖੇ ਜਾ ਚੁੱਕੇ ਸੀ ਉਸ ਤਰ੍ਹਾਂ ਦੇ ਬਣ ਰਹੇ ਨੇ। ਔਰ ਲੱਗਦਾ ਇਹੀ ਹੈ ਵੀ 5 ਸਾਲ ਵਿੱਚ ਜੋ ਹੋਏਗਾ, ਜੋ ਕਿਤਾਬ ਇਹਨਾਂ ਦੇ ਵਿੱਚ ਲਿਖਿਆ ਹੈ, ਮੈਂ ਪੜ੍ਹਿਆ, ਉਹ ਉਸ ਤਰ੍ਹਾਂ ਦੇ ਹੀ ਬਣ ਰਹੇ ਨੇ ਮੇਰੇ ਹਿਸਾਬ ਦੇ ਨਾਲ, ਜੋ ਕਿਤਾਬ ਦੇ ਵਿੱਚ ਲਿਖਿਆ ਹੈ। ਇਸੇ ਤਰ੍ਹਾਂ ਮੈਂ ਤੁਹਾਡੇ ਕੋਲ ਲੈ ਕੇ ਚੱਲਣਾ ਵੀ ਜੇ ਤੁਹਾਡੇ ਕੋਲ, ਮੈਂ 5 ਸਾਲ ਦੀ ਗੱਲ ਤਾਂ ਨਹੀਂ ਕਰਦਾ, ਮੈਂ ਗੱਲ ਕਰਦਾ ਵੀ ਆਉਣ ਵਾਲੀ ਕਿਸਾਨਾਂ ਦੀ ਸਥਿਤੀ ਦੀ, ਅਗਰ ਇਹ ਟਕਰਾਅ ਜਿਹੜਾ ਹੈ ਇਸੇ ਤਰ੍ਹਾਂ ਜਾਰੀ ਰਿਹਾ ਜਾਂ ਟਕਰਾਅ ਹਟ ਗਿਆ, ਕੀ ਹੋਏਗੀ ਕਿਸਾਨਾਂ ਦੀ ਸਥਿਤੀ? ਦੇਖੋ ਜਿਹੜੀ ਮੇਰੀ ਕਿਤਾਬ 2025 ਹੈ ਨਾ, ਸਿੱਖ ਵਿਜ਼ਨ 2025, 2005 'ਚ ਆਈ ਸੀ। ਬਿਲਕੁਲ। ਕਿਉਂਕਿ ਮੈਂ 20 ਸਾਲ ਇੱਕ ਜਨਰੇਸ਼ਨ ਨੂੰ ਮੁੱਖ ਰੱਖ ਕੇ ਲਿਖਿਆ ਸੀ। ਬਿਲਕੁਲ। ਮੈਨੂੰ ਤਾਂ 5-7 ਸਾਲ ਪਹਿਲਾਂ, ਚਲੋ ਪੋਲੀਟੀਕਲ ਜਨਰੇਸ਼ਨ ਦੀ ਉਮਰ 20 ਸਾਲ ਹੁੰਦੀ ਹੈ। ਬਿਲਕੁਲ ਠੀਕ। ਵੀ ਜਿਹੜੀ 2000 ਦੇ ਵਿੱਚ ਬੱਚੇ ਜਵਾਨ ਹੋਏ ਜੋ ਕੀ ਕੰਮ ਕਰਨਗੇ। ਜੀ ਜੀ। ਦੇਖੋ ਉਹਦੇ 'ਚ ਨਾ ਜੀ, ਮੈਂ ਜਿਹੜੀ ਕਿਤਾਬ ਦੇ ਵਿੱਚ ਹੁਣ ਤਾਂ ਹਾਲਾਤ ਬਣ ਗਏ ਨਾ, ਕਿਉਂਕਿ ਮੈਂ ਜਿਹੜਾ ਰਾਈਟਰ ਹੈ ਨਾ ਜੀ, ਉਹ ਫੋਰਸ ਹੀ ਕਰ ਲੈਂਦਾ ਹਾਲਾਤ। ਹਾਂ ਬਿਲਕੁਲ। ਠੀਕ ਹੈ ਨਾ, ਜਹਾਂ ਖਾਸ ਤੌਰ ਜਿਹਨਾਂ ਨੇ ਭਵਿੱਖ ਬਾਰੇ ਲਿਖਣਾ ਹੁੰਦਾ। ਬਿਲਕੁਲ। ਅੱਜ 2020 ਹੈ,
2023 ਵਿੱਚ ਸ਼੍ਰੋਮਣੀ ਕਮੇਟੀ ਦਾ ਵੀ 100 ਸਾਲਾ ਮਨਾਇਆ ਗਿਆ। ਬਿਲਕੁਲ। ਅਕਾਲੀ ਦਲ ਨੇ ਐਸ ਅਨੰਦਪੁਰ ਸਾਹਿਬ ਦੇ ਵਿੱਚ ਅਗਲੇ ਮਹੀਨੇ ਕਰਨਾ ਹੈ। ਬਿਲਕੁਲ। ਇੱਕ ਸੀਟਾਂ ਕੋਈ ਨਾ ਕੋਈ ਏਜੰਡਾ ਫਿਕਸ ਕਰਨਗੇ ਨਾ। ਬਿਲਕੁਲ। 2025 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨੀ ਐਕਟ ਬਣਿਆ ਹੈ। ਬਿਲਕੁਲ। ਇਹਦੀ ਜਿਹੜੀ ਹੋਰ ਗੱਲ ਜਿਹੜੀ ਡਿਵੈਲਪਡ ਜਿਹੜੀ ਕਿਸਾਨ ਮੋਰਚੇ ਨੇ ਦਿੱਤੀ ਹੋਈ ਹੈ ਪੰਜਾਬ ਪੋਲਿਟਿਕਸ ਨੂੰ ਜੀ, ਉਹ ਹੈ ਡਾਵਰਾ ਸਾਹਿਬ ਕਿ ਜਿਹੜੇ ਲੋਕ ਪਿਛਲੇ 1984 ਦਾ ਜਿਹੜਾ ਸਾਕਾ ਹੈ ਜੀ, ਚਾਹੇ ਅੰਮ੍ਰਿਤਸਰ ਦਾ ਹੈ ਤੇ ਚਾਹੇ ਉਹ ਦਿੱਲੀ ਵਾਲਾ ਹੈ, ਜੀ। ਜੋ ਸਿੱਖਾਂ ਨੂੰ ਜ਼ਖਮ ਮਿਲੇ ਨੇ ਪਿਛਲੇ ਇਹਨਾਂ ਸਾਰੇ ਸਾਲਾਂ ਦੇ ਵਿੱਚ, ਜੀ, ਉਹ ਲਗਾਤਾਰ 30-35 ਸਾਲ ਤੋਂ ਉਹ ਦਿਨ ਤਾਂ ਮਨਾ ਰਹੇ ਨੇ ਜੀ, ਪਰ ਕੋਈ ਕਾਰਗਰ ਮੂਵਮੈਂਟ ਨਹੀਂ ਨਿਕਲੀ। ਬਿਲਕੁਲ। ਆਪਣੇ ਅਨੰਦਪੁਰ ਸਾਹਿਬ ਮੱਤੇ ਨੂੰ, ਫੈਡਰਲ ਸਟਰਕਚਰ ਨੂੰ, ਜਾਂ ਜੋ ਵੀ ਇਹਨਾਂ ਦਾ ਖਾਲਿਸਤਾਨ ਦੀ ਗੱਲ ਕਰਦੇ ਨੇ ਕਈ, ਉਹ ਮੈਂ ਸਮਝਦਾ ਕਿ ਇਹ ਜਿਹੜਾ ਕਿਸਾਨੀ ਮੋਰਚਾ ਹੈ ਨਾ ਜੀ, ਉਹ ਇਸ ਮੋਰਚੇ ਨੇ ਉਹ ਜਿਹੜਾ ਵਰਗ ਹੈ ਨਾ ਜਿਹੜਾ ਕਿ ਸੰਘਰਸ਼ ਦੇ ਵਿੱਚ ਰਿਹਾ, ਜਾਂ ਉਹਨਾਂ ਦੇ ਬੱਚੇ ਨੇ ਜਾਂ ਹੋਰ, ਉਹਨਾਂ ਨੂੰ ਵੀ ਇੱਕ ਪਲੇਟਫਾਰਮ ਮਿਲ ਰਿਹਾ ਹੈ। ਬਿਲਕੁਲ। ਟੂ ਵੋਮਿਟ ਆਊਟ देयर ਫੀਲਿੰਗਸ। ਬਿਲਕੁਲ, ਬਿਲਕੁਲ। ਸੋ 2025 ਦੀ ਜਿਹੜੀ ਗੱਲ ਹੈ ਨਾ ਜੀ, ਇਹ ਸਾਰੇ ਕਾਰਗਰ ਜਿਹੜੇ ਸਾਰੇ ਸਾਂਝੇ ਹਾਲਾਤ ਬਣ ਗਏ ਨਾ ਜੀ, ਉਹਦੇ 'ਚ ਇੱਕ ਤਾਂ ਦੇਖੋ 2022 ਆ ਰਿਹਾ ਜੀ। 2022 ਦੇ ਵਿੱਚ ਕੀ ਸਮੀਕਰਨ ਬਣਦੇ ਨੇ, ਬਿਲਕੁਲ, ਉਹਨਾਂ ਦਾ ਇਫੈਕਟ ਪਏਗਾ ਜੀ। ਕਿਹੜੀ ਸਰਕਾਰ, ਕਿਹੜੀ ਪਾਰਟੀ, ਕਿਸ ਤਰ੍ਹਾਂ ਦਾ ਬਣਦਾ, ਇਹ ਜੇ ਭੁੱਖ 'ਚ ਪਿਆ। ਪਰ ਇਹ ਕਿਸਾਨੀ ਅੰਦੋਲਨ ਜਿਹੜੀ ਹੈ ਉਹ 2022 ਦੀ ਇਬਾਰਤ ਲਿਖ ਰਹੀ ਹੈ। ਬਿਲਕੁਲ। ਇੱਕ ਵਿਸਾਦ ਵਿਛਾਈ ਜਾ ਰਹੀ ਇਹਦਾ ਹੈ। ਆਪਣਾ ਭਵਿੱਖ, ਕੋਈ ਆਪਣਾ ਭਵਿੱਖ ਕਿਸਾਨੀ ਅੰਦੋਲਨ ਦਾ। ਤੇ ਕਿਸਾਨੀ ਅੰਦੋਲਨ 'ਚ ਬੜੀਆਂ ਵੱਡੀਆਂ ਸਥਿਤੀਆਂ ਬਣ ਰਹੀਆਂ ਨੇ ਜੀ। ਉਹ 'ਚ ਇਹ ਹੈ ਕਿ ਨਵੇਂ ਆਗੂ ਆ ਪੈਦਾ ਹੋ ਰਹੇ ਨੇ। ਬਿਲਕੁਲ। ਜਿਵੇਂ ਮਤਲਬ ਗਾਇਕ ਨੇ, ਜਾਂ ਜੋਗਰਾਜ ਸਿੰਘ ਹੈ, ਜੀ, ਜਾਂ ਤੁਸੀਂ ਕਹਿ ਲਓ ਦੀਪ ਸਿੱਧੂ ਹੈ, ਹੋਰ ਇਹ ਨਵੇਂ ਗਾਇਕ, ਨਵੇਂ ਲੋਕ ਆਏ ਨੇ, ਨਵੇਂ ਲੋਕ। ਬਿਲਕੁਲ, ਬਿਲਕੁਲ। ਔਰ ਇਹ ਮਹਿਜ਼ ਇਹ ਕਿਸਾਨੀ ਅੰਦੋਲਨ ਦੀਆਂ ਮੰਗਾਂ ਮਨਾਉਣ ਤੱਕ ਸੀਮਿਤ ਨਹੀਂ ਹੈਗੇ। ਬਿਲਕੁਲ। ਇਹਨਾਂ ਦੇ ਤੁਸੀਂ ਲੈਕਚਰ ਸੁਣੋ, ਜਾਂ ਸੁਖਪ੍ਰੀਤ ਸਿੰਘ ਉਦੋਂ ਕੇ ਨੇ ਸਾਰੇ, ਇਹ ਨਵੇਂ ਲੀਡਰ ਆਫ ਦਾ ਪ੍ਰੋਡਕਸ਼ਨ ਹੈ ਇਸ। ਬਿਲਕੁਲ। ਹੁਣ ਇਸ ਦੇ ਵਿੱਚ ਜਿਹੜੀ ਸਥਿਤੀ ਬਣੇਗੀ ਨਾ ਜੀ, ਉਹ ਇੱਕ ਆਲਟਰਨੇਟਿਵ ਪੋਲਿਟਿਕਸ ਦੀ ਬਣ ਰਹੀ ਹੈ ਜੀ। ਜਿਵੇਂ ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਅੱਜ ਮੈਂ ਸੁਣ ਰਿਹਾ ਸੀਗਾ, ਉਹ ਪੰਜਾਬ ਦੇ ਕਿਸਾਨੀ ਅੰਦੋਲਨ ਜਾਂ ਮਤਲਬ ਕਿਸਾਨੀ ਨੂੰ ਬਚਾਉਣ ਵਾਸਤੇ ਇੱਕ ਆਲਟਰਨੇਟਿਵ ਮਾਡਲ ਆਫ ਖੇਤੀ ਦੇ ਰਹੇ ਨੇ। ਬਿਲਕੁਲ। ਕੋਆਪਰੇਟਿਵ ਖੇਤੀ ਦੇ ਰਹੇ ਨੇ, ਸਟੋਰੇਜ ਦੀ ਦੇ ਰਹੇ ਨੇ, ਵੀ ਜਿਹੜਾ ਕੰਮ ਗੱਲ ਉਹਨਾਂ ਦੀ ਵਾਜਬ ਵੀ ਹੈ ਕਿ ਜੋ ਕੰਮ ਇਹ ਜਿਹੜੇ ਕਰ ਸਕਦੇ ਨੇ ਅੰਡਾਨੀ ਅੰਬਾਨੀ, ਸਟੋਰੇਜ ਦੀ, ਵੇਚਣ ਦੀ, ਜੀ, ਉਹ ਖੁਦ ਕਿਸਾਨ ਕੋਆਪਰੇਟਿਵ ਬਣਾ ਕੇ ਕੋਈ ਨਹੀਂ ਕਰ ਸਕਦਾ। ਬਿਲਕੁਲ ਕਰ ਸਕਦੇ। ਠੀਕ ਹੈ। ਉਹ ਦੇਖੋ ਪੰਜਾਬ ਦੀ ਕਾਂਗਰਸ ਸਰਕਾਰ, ਹਰੀਸ਼ ਰਾਵਤ ਦਾ ਵੀ ਇੱਕ ਤਰ੍ਹਾਂ ਦਾ ਰੋਲ ਰਿਹਾ ਇਹਦੇ 'ਚ ਜੀ। ਉਹ ਨਵਜੋਤ ਸਿੰਘ ਸਿੱਧੂ ਨੂੰ ਨੇੜੇ ਲੈਣਾ ਚਾਹੁੰਦੇ ਨੇ। ਬਿਲਕੁਲ। ਕਿਉਂਕਿ ਨਵਜੋਤ ਸਿੰਘ ਸਿੱਧੂ ਪੰਜਾਬ ਪੋਲਿਟਿਕਸ ਦੇ ਵਿੱਚ ਇੱਕ ਐਸਾ ਕਰੈਕਟਰ ਹੈ ਜੀ, ਜਿਹੜਾ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਭਾਵੇਂ ਚੁੱਪ ਵੀ ਬੈਠਾ ਰਹੇ ਤਾਂ ਵੀ ਉਹਦੀ ਗੱਲ ਹੁੰਦੀ ਹੈ। ਬਿਲਕੁਲ। ਕਿਉਂਕਿ ਬੜੀ ਵੱਡੀ ਗੱਲ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ। ਜੇ ਉਹ ਬੋਲਦਾ ਹੈ ਫਿਰ ਤਾਂ ਸੁਣਿਆ ਹੀ ਜਾਂਦਾ ਹੈ, ਲੇਕਿਨ ਜਦੋਂ ਚੁੱਪ ਰਹਿੰਦਾ ਤਾਂ ਬਾਕੀ ਦੇ ਸਾਰੇ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਇਸ ਗੱਲੋਂ ਹੋ ਜਾਂਦੇ ਨੇ ਹੈਰਾਨ ਵੀ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਹੈ, ਪਹਿਲੇ ਪਤਾ ਕਰਕੇ ਆਓ ਵੀ ਉਹ ਚੁੱਪ ਕਿਉਂ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਔਰ ਅੱਜ ਉਹਨਾਂ ਨੂੰ ਲੰਚ ਤੇ ਬੁਲਾਇਆ ਗਿਆ। ਬਿਲਕੁਲ, ਹਾਂ, ਬਿਲਕੁਲ, ਬਿਲਕੁਲ। ਹੁਣ ਦੇਖੋ ਸਥਿਤੀ ਕੀ ਹੈ ਕਿ ਬੀਜੇਪੀ ਜਿਹੜੀ ਹੈ ਇਸ ਲਈ ਉਹਦੇ ਕੋਲ 94 ਸੀਟਾਂ ਖਾਲੀ ਪਈਆਂ ਨੇ ਜੀ, ਜਿੱਥੇ ਉਹਨਾਂ ਨੇ ਖੜੇ ਕਰ ਦਿੱਤੇ, ਉਹਨਾਂ ਕੋਲ ਵੈਕੈਂਸੀ ਨੇ। ਬਿਲਕੁਲ। ਕਿਸੇ ਸਮੇਂ ਨਵਜੋਤ ਸਿੰਘ ਸਿੱਧੂ ਬੀਜੇਪੀ 'ਚ ਰਹੇ ਨੇ ਕਿਉਂਕਿ ਵਾਜਪਾਈ ਜੀ ਦੇ ਪ੍ਰੋਡਕਟ ਨੇ। ਬਿਲਕੁਲ। ਸੋ ਇਹ ਕਾਂਗਰਸ ਨੂੰ ਡਰ ਹੈ ਵੀ ਜੇ ਕਿਤੇ ਨਵਜੋਤ ਸਿੰਘ ਸਿੱਧੂ ਹੋਰ ਪਾਸੇ ਚਲਾ ਗਿਆ ਜੀ ਤਾਂ ਸਾਡੇ ਵਾਸਤੇ ਮੁਸ਼ਕਲ ਹੋ ਜਾਏਗਾ। ਇਹ ਪੋਲੀਟੀਕਲ ਮਤਲਬ ਮੈਂ ਅਰਥ ਖੜਦਾ ਹੈ। ਬਿਲਕੁਲ ਜੀ, ਬਿਲਕੁਲ। ਤੇ ਦੂਸਰਾ, ਨਵਜੋਤ ਸਿੰਘ ਸਿੱਧੂ ਕਿਸਾਨੀ ਵਿੱਚ ਵੀ ਪੁਰਾਣੇ ਜਾ ਰਿਹਾ। ਬਿਲਕੁਲ। ਜਿਹੜੇ ਨਵੇਂ ਲੀਡਰ ਉੱਠ ਰਹੇ ਨੇ ਉਹਨਾਂ ਤੋਂ ਉੱਠਦੇ ਜਾਂ ਕੋਈ ਢਾਂਚਾ ਬਣਾਉਣਗੇ ਤਾਂ ਹੋਏਗਾ ਨਾ। ਨਵਜੋਤ ਸਿੰਘ ਸਿੱਧੂ ਆਲਰੇਡੀ ਦੇ ਬ੍ਰਾਂਡ ਨੇ। ਬਿਲਕੁਲ। ਸੋ ਮੈਂ ਸਮਝਦਾ ਕਿ ਇਸ ਨੂੰ ਅਗਰ ਕਿਸਾਨੀ ਅੰਦੋਲਨ ਦੇ ਪ੍ਰਸੰਗ ਵਿੱਚ ਵੇਖੀਏ ਨਾ ਨਵਜੋਤ ਸਿੰਘ ਸਿੱਧੂ ਜਾਂ ਕਾਂਗਰਸ ਦੀ ਸਥਿਤੀ, ਬਿਲਕੁਲ, ਤਾਂ ਇਹ ਗੱਲ ਉਹ ਸਮੀਕਰਨ ਬਣਦੇ ਪਏ ਨੇ ਜਾਂ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ। ਉਹਨੂੰ ਮਤਲਬ ਮਿਨਿਸਟਰੀ ਦੇ ਦਿਓ ਜਾਂ ਕਿਸੇ ਤਰੀਕੇ ਨਾਲ ਹੋਰ ਕੋਈ ਐਸਾ ਅਹੁਦਾ ਦੇ ਦਿਓ ਜਿਹਦੇ ਨਾਲ ਆ ਜਾਣ। ਸੋ ਇਹ ਸਾਰੀ ਸਥਿਤੀ ਦੇ ਵਿੱਚ ਗੇਨਸ ਐਂਡ ਪ੍ਰੋਫਿਟਸ ਐਂਡ ਲਾਸ ਦੀ ਗੱਲ ਚੱਲ ਰਹੀ। ਬਿਲਕੁਲ। ਨਵਜੋਤ ਸਿੰਘ ਸਿੱਧੂ ਨੂੰ ਹਲੇ ਕਾਂਗਰਸ ਕਿਸੇ ਵੀ ਹਾਲਤ ਦੇ ਵਿੱਚ ਕਿਤੇ ਬਾਹਰ ਜਾਣਾ ਦੇਣ ਨਹੀਂ ਚਾਹੁੰਦੀ, ਤਾਂ ਕਰਕੇ ਸਮੇਂ ਦੀ ਮਜਬੂਰੀ ਸਮਝ ਲਓ ਜਾਂ ਇਹ ਪਾਰਟੀਆਂ ਦੀ ਮਜਬੂਰੀ ਸਮਝ ਲਓ ਜਾਂ ਅਮਰਿੰਦਰ ਸਿੰਘ ਜਿਹੜੇ ਹੈ ਔਰ ਅਮਰਿੰਦਰ ਸਿੰਘ ਔਰ ਸਿੱਧੂ ਸਾਹਿਬ ਨਜ਼ਦੀਕ ਜਿਹੜੇ ਹੋ ਰਹੇ ਆ, ਪਾਰਟੀ ਇਹਨਾਂ ਨੂੰ ਜਿਹੜੀ ਹੈ ਹਾਈ ਕਮਾਂਡ ਜਿਹਨੂੰ ਕਿਹਾ ਜਾਂਦਾ ਉਹ ਨਜ਼ਦੀਕ ਲਿਆ ਰਹੀ ਹੈ। ਪ੍ਰੈਸ਼ਰ ਅਮਰਿੰਦਰ ਸਿੰਘ ਦੇ ਪਿੱਛੇ ਬਹੁਤ। ਬਿਲਕੁਲ, ਬਿਲਕੁਲ। ਬਹੁਤ ਪਿੱਛੇ ਤੁਸੀਂ ਇਸ ਨੂੰ ਕਿਉਂ ਦੂਰ ਕਰ ਰਹੇ ਹੋ। ਬਿਲਕੁਲ। ਪਰ ਮੈਂ ਸਮਝਦਾ ਕਿ ਕਾਂਗਰਸ ਐਜ਼ ਪਾਰਟੀ ਜੇਕਰ ਦਿੱਲੀ ਦ੍ਰਿਸ਼ਟੀਕੋਣ ਤੋਂ ਵੇਖੀਏ ਨਾ ਡਾਵਰਾ ਸਾਹਿਬ ਜੀ, ਤਾਂ ਪੰਜਾਬ ਦੇ ਵਿੱਚ ਅਗਰ ਅੱਜ ਰਾਹੁਲ ਗਾਂਧੀ ਆ ਕੇ ਵੋਟਾਂ ਮੰਗਦੇ ਤਾਂ ਵੋਟਾਂ ਨਹੀਂ ਮਿਲਣਗੀਆਂ। ਬਿਲਕੁਲ। ਇਹ ਜਿਵੇਂ 2017 ਦੇ ਵਿੱਚ ਅਮਰਿੰਦਰ ਸਿੰਘ ਕਰਕੇ ਮਿਲੀ ਸੀ ਸਰਕਾਰ ਜੀ ਜੀ ਜੀ, ਤੇ ਇਹ ਲੱਗਦਾ ਵੀ ਉਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾ ਰਹੀ ਹੈ। ਬਿਲਕੁਲ, ਹਾਂ, ਬਿਲਕੁਲ। ਸੁਣ ਵੀ ਰਹੇ ਨੇ। ਅੱਜ ਚਲੋ ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਇਹ ਵੀ ਅੱਜ ਦੀ ਸਥਿਤੀ ਦੇ ਵਿੱਚ ਅਸੀਂ ਸੇ ਜਾਵੇ ਰਾਜਨੀਤਿਕ ਫਾਇਦੇ ਦੇ ਵਿੱਚ ਕਿਹੜੀ ਰਾਜਨੀਤਿਕ ਪਾਰਟੀ ਸਭ ਤੋਂ ਜ਼ਿਆਦਾ ਹੈਗੀ ਹੈ ਤਾਂ ਕੀ ਕਹੋਗੇ? ਤਾਂ ਦੌੜ ਲੱਗ ਗਈ ਜੀ, ਇਹ ਜੀ ਦੌੜ ਲੱਗੀ ਹੈ। ਮਤਲਬ ਕਹਿ ਸਕਦੇ ਆ ਕਿ ਰੀਲੇ ਰੇਸ ਵੀ ਹੈਗੀ ਹੈ ਜੀ, ਜਾਂ ਮਤਲਬ ਜਿਵੇਂ ਕਾਂਗਰਸ ਦੇ ਅਕਾਲੀ ਦਲ ਬਣਦਾ ਰਹਿੰਦਾ ਸੀਗਾ ਜੀ ਜੀ, ਪਰ ਅਕਾਲੀ ਦਲ ਦੀ ਪੋਲਿਟਿਕਸ ਜਿਹੜੀ ਨੇ ਜੀ ਉਹ ਸੁਖਬੀਰ ਸਿੰਘ ਬਾਦਲ ਕਰਕੇ ਥੋੜੀ ਡਾਵਾਂਡੋਲ ਹੈ। ਠੀਕ ਹੈ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਯੁੱਗ ਖਤਮ ਹੋ ਗਿਆ। ਬਿਲਕੁਲ।
ਇਸ ਦਾ ਯੁੱਗ ਡਾਵਾਡੋਲ ਹੈ ਜੀ। ਆਉਣ ਵਾਲੇ ਸਮੇਂ 'ਚ ਅੱਛਾ ਕਿਸਾਨੀ ਅੰਦੋਲਨ 'ਚ ਪਛੜ ਵੀ ਗਏ, ਬਿਲਕੁਲ। ਕਿਸ ਤਰੀਕੇ ਦੇ ਕਾਰਨ ਕੋਈ ਬਣੇ ਹੋਣ। ਇਹਦੇ ਵਿੱਚ ਪੋਲੀਟੀਕਲ ਗੇਮ ਅੱਜ ਦੀ ਡੇਟ 'ਚ ਅਗਰ ਕਿਸਾਨੀ ਆਉਣ ਵਾਲੇ ਸਮੇਂ 'ਚ ਕਾਂਗਰਸ ਦੇ ਨਾਲ ਖੜਦੀ ਹੈ ਤਾਂ ਕਾਂਗਰਸ ਕੈਨ ਵੀ ਸਮ ਗੇਨਰ। ਬਿਲਕੁਲ। ਪਰ ਵੱਡੀ ਗੱਲ ਇਹ ਹੈ ਕਿ ਅਗਰ ਕੋਈ ਨਵਾਂ ਬਦਲ ਬਣਦਾ ਹੈ, ਨਵੀਂ ਕੋਈ ਸਥਿਤੀ ਬਣਦੀ ਹੈ, ਕਿਸਾਨੀ ਅਗਰ ਜਿੱਤਦੀ ਹੈ ਤਾਂ ਸਥਿਤੀ ਬਣਦੀ ਹੈ। ਅਗਰ ਕਿਸਾਨੀ 'ਚ ਫੁੱਟ ਪੈ ਜਾਂਦੀ ਜਥੇਬੰਦੀ ਜਾਂ ਕੁਛ ਤਰੀਕੇ ਨਾਲ ਇਹ ਲੰਬਾ ਖਿੱਚਿਆ ਜਾਂਦਾ ਹੈ, ਜਿਵੇਂ ਸਰਕਾਰ ਕੇਂਦਰ ਸਰਕਾਰ ਦੀ ਮਤਲਬ ਮਰਜ਼ੀ ਹੈ ਜਾਂ ਕਰ ਰਹੀ ਹੈ ਕਿ ਦੇ ਸ਼ੁੱਡ ਇਗਨੋਰਡ। ਬਿਲਕੁਲ। ਸੋ ਇਹ ਮੈਂ ਸਮਝਦਾ ਕਿ ਇਸ ਵੇਲੇ ਪੋਲੀਟੀਕਲ ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਸਮਝਦੇ ਨਹੀਂ ਵੀ ਜਿਹੜਾ ਵਿਰੋਧੀ ਪਾਰਟੀਆਂ ਵਿਖਰੀਆਂ ਹੋਈਆਂ ਹਲੇ ਤੱਕ? ਵਿਰੋਧੀ ਪਾਰਟੀਆਂ ਦੇਖੋ ਜੀ, ਜਿਹੜੀਆਂ ਇੱਕ ਤਾਂ ਪਰਸਨਲ ਜਿਹੜੇ ਵਿਅਕਤੀ ਕੇਂਦਰਿਤ ਪਾਰਟੀਆਂ ਨੇ ਜੀ, ਜਿਵੇਂ ਲੋਕ ਇਨਸਾਫ ਪਾਰਟੀ ਹੈ, ਸੁਖਪਾਲ ਸਿੰਘ ਖਹਿਰਾ ਹੈ ਨੇ, ਗਾਂਧੀ ਸਾਹਿਬ ਨੇ, ਜਾਂ ਅਕਾਲੀ ਦਲ ਦੇ ਟੁੱਟੇ ਗਰੁੱਪ ਨੇ, ਇਹ ਸਾਰੇ ਸ਼੍ਰੋਮਣੀ ਕਮੇਟੀ ਚੋਣਾਂ ਲੜ ਰਹੀਆਂ ਨੇ। ਸੋ ਦੇਖੋ ਬੜੀ ਅਜੀਬ ਦੀ ਸਥਿਤੀ ਹੈ। ਇੱਕ ਪਾਸੇ ਪੰਜਾਬ ਦੇ ਵਿੱਚ ਐਸੀ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਤੇ ਜਿਹੜੀਆਂ ਸਿੱਖ ਪਾਰਟੀਆਂ ਨੇ, ਅਕਾਲੀ ਦਲ ਦੂਜੇ ਨੇ ਜਾਂ ਬੈਠੇ ਨੇ, ਉਹ ਸ਼੍ਰੋਮਣੀ ਕਮੇਟੀ ਚੋਣਾਂ ਵਾਲੇ ਪਾਸੇ ਤੁਰੇ ਹੋਏ ਨੇ। ਉਹਦੇ ਨਾਲ ਕੀ ਹੈ ਕਿ ਸਮਾਂ ਤੇ ਜਿਹੜਾ એનર્ਜੀ ਖਰਾਬ ਹੋ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਅਲਟੀਮੇਟਲੀ ਲੈਬ ਜਿਹੜਾ ਲੱਗਦਾ ਕਿਸੇ ਕਾਂਗਰਸ ਨੂੰ ਜਾਂ ਹੋ ਵੀ ਸਕਦਾ ਹੈ ਜੀ। ਤਾਂ ਅਗਰ ਇਸ ਤਰੀਕੇ ਨਾਲ ਚੱਲਣ ਤਾਂ ਮੈਂ ਸਮਝਦਾ ਕਿ ਕਿਸਾਨੀ ਜਿਹੜੀ ਹੈ, ਪਰ ਮੂਲ ਮੁੱਦਾ ਕਿਸਾਨੀ ਦਾ ਹੈ। ਬਿਲਕੁਲ ਮੂਲ ਮੁੱਦਾ ਕਿਸਾਨੀ ਦਾ ਹੈ ਕਿ ਕੇਂਦਰ ਸਰਕਾਰ ਸਮੇਂ ਦੀ ਜ਼ਰੂਰਤ ਹੈ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਦੀ। ਕਿਸਾਨ ਨੂੰ ਬਚਾਉਣੀ ਚਾਹੀਦੀ ਹੈ ਜੀ। ਕਿਸਾਨ ਬੜੀ ਪਰੇਸ਼ਾਨੀ 'ਚ ਹੈ, ਦੇਖੋ ਨਹੀਂ ਸਰਦੀ ਹੈ ਨਾ ਕੁਝ ਹੋ ਰਿਹਾ, ਫਿਰ ਵੀ ਉਹ ਜਾ ਰਹੇ ਨੇ ਜੀ। ਇਸ ਵਾਸਤੇ ਬੜਾ ਹਮਦਰਦੀ ਤਰੀਕੇ ਨਾਲ ਕੇਂਦਰ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਇੱਕ ਤਰ੍ਹਾਂ ਦਾ ਉਹਨਾਂ ਦਰਦ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੀ ਪ੍ਰੋਬਲਮਸ ਸੋਲਵ ਕਰਨੀ ਚਾਹੀਦੀਆਂ ਨੇ। ਇਹ ਰਾਜਨੀਤੀ ਤੋਂ ਬਾਅਦ ਹੁੰਦੀ ਹੈ। ਵੈਸੇ ਤਾਂ ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਚਾਹੇ ਪਹਾੜ ਖੁਦ ਹੀ ਕਿਉਂ ਨਾ ਅੱਗੇ ਆ ਜਾਏ, ਪੰਜਾਬੀ ਉਸ ਪਹਾੜ ਨੂੰ ਚੀਰ ਕੇ ਵੀ ਜਿਹੜਾ ਹੈ ਪਾਰ ਨਿਕਲ ਜਾਂਦਾ ਹੈ। 7 ਸਮੁੰਦਰਾਂ ਪਾਰ ਜਾ ਕੇ ਵੀ ਅਗਰ ਕਿਸੇ ਨੂੰ ਮਾਰ ਸਕਦਾ ਹੈ ਤਾਂ ਉਹ ਪੰਜਾਬੀ ਹੀ ਆਪਣੇ ਦੁਸ਼ਮਣ ਨੂੰ ਮਾਰ ਸਕਦਾ ਹੈ। ਫਿਰ ਦਿੱਲੀ ਕਿਉਂ ਕਹਿੰਦੇ ਨੇ ਕਿ ਦਿੱਲੀ ਦੂਰ ਹੈ? ਦਿੱਲੀ ਹੁਣ ਦੂਰ ਨਹੀਂ ਹੈ। ਪੰਜਾਬੀ ਚਾਹਣਗੇ ਤਾਂ ਦਿੱਲੀ 'ਚ ਪਰਚਮ ਜਿਹੜਾ ਲਹਿਰਾਣਗੇ ਤੇ ਪੰਜਾਬ ਦੀ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਦੇ ਲਈ, ਜਿਸ ਤਰ੍ਹਾਂ ਸਾਡੇ ਅੱਜ ਕਿਹਾ ਹੈ ਹਰਸਿਮਰਨ ਸਿੰਘ ਜੀ ਨੇ ਕਿ ਉਹ ਸਮੇਂ ਦੀ ਜ਼ਰੂਰਤ ਹੈ ਇਸ ਸਾਰੀਆਂ ਚੀਜ਼ਾਂ ਨੂੰ ਬਚਾਉਣ ਲਈ। ਹਰਸਿਮਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਅਖੀਰ ਦੇ ਵਿੱਚ ਇਹੀ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਸਾਡਾ SGTV ਪ੍ਰਾਈਮ ਨੂੰ ਜ਼ਰੂਰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਰਹਿ ਸਕਣ। ਤੇ ਹੁਣ ਦਿਓ ਆਗਿਆ। ਨਮਸਕਾਰ।